Raj Anand, 1905 to 2004, was an Indian writer in English. ਮੁਲਕ ਰਾਜ ਆਨੰਦ, ਜਿਨ੍ਹਾਂ ਦਾ ਜਨਮ 1905 ਈਸਵੀ ਵਿੱਚ ਹੋਇਆ ਅਤੇ ਜਿਨ੍ਹਾਂ ਦਾ ਦੇਹਾਂਤ 2004 ਈਸਵੀ ਵਿੱਚ ਹੋਇਆ, ਉਹ ਇੰਗਲਿਸ਼ ਦੇ ਭਾਰਤੀ ਲੇਖਕ ਸਨ। One of the pioneers of Indo-English fiction। ਉਹ ਭਾਰਤੀ ਅਤੇ ਇੰਗਲਿਸ਼ ਕਾਲਪਨਿਕ ਸਾਹਿਤ ਦੇ ਮਾਰਗਦਰਸ਼ਕਾਂ ਵਿੱਚੋਂ ਇੱਕ ਸਨ। He, together with R.K. Narayan, Ahmad Ali and Raja Rao, ਉਹ R.K. Narayan, Ahmad Ali ਅਤੇ Raja Rao ਦੇ ਨਾਲ was one of the first Indian-based writers in English to gain an international readership। ਉਹ ਇਹਨਾਂ ਪਹਿਲੇ ਇੰਗਲਿਸ਼ ਦੇ ਭਾਰਤੀ ਲੇਖਕਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਅੰਤਰਰਾਸ਼ਟਰੀ ਪਾਠਕ ਪ੍ਰਾਪਤ ਕੀਤੇ, ਭਾਵ ਉਹਨਾਂ ਦੀਆਂ ਲਿਖਤਾਂ ਅੰਤਰਰਾਸ਼ਟਰੀ ਪੱਧਰ ਤੇ ਪੜ੍ਹੀਆਂ ਗਈਆਂ। He was born in Peshawar। ਉਹ ਪੇਸ਼ਾਵਰ ਵਿੱਚ ਜਨਮੇ ਸਨ। ਆਨੰਦ described himself। ਆਨੰਦ ਨੇ ਆਪਣੇ ਆਪ ਦਾ ਵਰਣਨ ਕੀਤਾ as one of the many groping young men of his generation। ਜਿੱਦਾਂ ਕਿ ਉਹਨਾਂ ਦੀ ਪੀੜ੍ਹੀ ਦੇ ਕਈ ਹੋਰ ਜਗਿਆਸੂ ਨੌਜਵਾਨਾਂ ਨੇ ਆਪਣੇ ਆਪ ਦਾ ਵਰਣਨ ਕੀਤਾ ਸੀ who had begun to question everything in their background। ਇਹ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਪਿਛੋਕੜ ਦੀ ਹਰ ਚੀਜ਼ ਤੇ ਕੁਐਸਚਨ ਕੀਤਾ। To look away from the big houses, ਕਿ ਵੱਡੇ ਘਰਾਂ ਨੂੰ ਦੇਖਣਾ ਛੱਡ ਕੇ and to feel the misery of the inert, ਜਿਨ੍ਹਾਂ ਕੋਲ ਕਰਨ ਲਈ ਕੋਈ ਕੰਮ ਨਹੀਂ ਸੀ, ਭਾਵ ਉਹ ਬੇਰੁਜ਼ਗਾਰ ਸਨ। Disease ridden, ਜੋ ਲੋਕ ਬਿਮਾਰੀ ਨਾਲ ਗ੍ਰਸਤ ਸਨ। Underfed, ਜਿਨ੍ਹਾਂ ਕੋਲ ਖਾਣ ਲਈ ਪ੍ਰਿਆਪਤ ਭੋਜਨ ਨਹੀਂ ਸੀ। And illiterate people, ਅਤੇ ਅਨਪੜ੍ਹ ਲੋਕ। ਉਹਨਾਂ ਨੇ ਇਹਨਾਂ ਖਿੱਤੇ ਦੇ ਲੋਕਾਂ ਲਈ ਲਿਖਣਾ ਸ਼ੁਰੂ ਕੀਤਾ। ਆਨੰਦ who was deeply influenced by Marxism। ਆਨੰਦ ਜੋ ਕਿ ਬੜੀ ਡੂੰਘੀ ਤਰ੍ਹਾਂ ਮਾਰਕਸੀ ਵਿਚਾਰਧਾਰਾ ਦੇ ਨਾਲ ਜੁੜਿਆ ਹੋਇਆ ਸੀ, ਉਸ ਤੋਂ ਪ੍ਰਭਾਵਿਤ ਸੀ। used his novels to make broad attacks on various elements of India's social structure। ਤੇ ਉਸਨੇ ਆਪਣੇ ਨਾਵਲਾਂ ਦੇ ਰਾਹੀਂ ਇੰਡੀਆ ਦੇ ਇਸ ਸਮਾਜਿਕ ਢਾਂਚੇ ਉੱਤੇ ਬਹੁਤ ਸਾਰੇ ਅਟੈਕ ਕੀਤੇ। and the British rule in India, ਅਤੇ ਉਸਨੇ ਅੰਗਰੇਜ਼ੀ ਸ਼ਾਸਨ ਦੇ ਅਗੇਂਸਟ ਵੀ ਲਿਖਿਆ। The Morning Face 1968 won him the ਸਾਹਿਤ ਅਕੈਡਮੀ ਅਵਾਰਡ। 1968 ਵਿੱਚ ਰਚਿਤ ਕਿਤਾਬ The Morning Face ਨੇ ਉਸ ਨੂੰ ਸਾਹਿਤ ਅਕੈਡਮੀ ਅਵਾਰਡ ਦਿਵਾਇਆ। The Barbers Trade Union is taken from the Barbers Trade Union and Other Stories 1944। The Barbers Trade Union, ਇਹ ਕਹਾਣੀ ਲਈ ਗਈ ਹੈ The Barbers Trade Union and Other Stories ਵਿੱਚੋਂ, ਜੋ ਕਿ 1944 ਵਿੱਚ ਲਿਖੀ ਗਈ। ਚੰਦੂ A Barber Boy, ਜਿਹਦੇ ਵਿੱਚ ਚੰਦੂ ਇੱਕ ਨਾਈ ਹੈ, ਭਾਵ ਵਾਲ ਕੱਟਣ ਵਾਲਾ ਹੈ, is the protagonist of the story। ਚੰਦੂ ਇੱਕ ਬਾਰਬਰ ਬॉय ਹੈ ਜੋ ਕਿ ਇਸ ਕਹਾਣੀ ਦਾ ਨਾਇਕ ਹੈ, ਭਾਵ ਕਹਾਣੀ ਉਹਦੇ ਇਰਦ ਗਿਰਦ ਬੁਣੀ ਗਈ ਹੈ। He is a close friend of the narrator। ਉਹ ਕਹਾਣੀ ਨੂੰ ਬਿਆਨ ਕਰਨ ਵਾਲੇ ਦਾ ਨਜ਼ਦੀਕੀ ਮਿੱਤਰ ਹੈ। The letter calls him one of the makers of modern India। ਉਹਨਾਂ ਤੇ ਲੈਟਰ ਲਫ਼ਜ਼ ਆਇਆ ਹੈ। ਲੈਟਰ ਦਾ ਮਤਲਬ ਹੁੰਦਾ ਹੈ ਕਿ ਮੰਨ ਲਓ ਕੋਈ ਗੱਲ ਕੀਤੀ ਜਾ ਰਹੀ ਹੈ, ਉਹਦੇ ਵਿੱਚ ਦੋ ਜਣਿਆਂ ਦਾ ਨਾਮ ਲਿਆ ਜਾ ਰਿਹਾ, ਤਾਂ ਜਿਸ ਬਾਰੇ ਅਸੀਂ ਬਾਅਦ ਵਿੱਚ ਗੱਲ ਕੀਤੀ ਹੈ ਤੇ ਉਸ ਲਈ ਅਸੀਂ ਜੇ ਕੋਈ ਸ਼ਬਦ ਵਰਤਣਾ ਹੈ ਤੇ ਉਹਦੇ ਲਈ ਅਸੀਂ ਵਰਤ ਸਕਦੇ ਹਾਂ ਦ ਲੈਟਰ, ਕਿ ਪਹਿਲੇ ਬੰਦੇ ਨੇ ਆ ਕਿਹਾ ਤੇ ਲੈਟਰ ਯਾਨੀ ਦੂਸਰੇ ਬੰਦੇ ਨੇ ਇਹ ਗੱਲ ਕਹੀ। ਸੋ ਆਪਾਂ ਮੁੜ ਕੇ ਦੇਖਦੇ ਹਾਂ ਕਿਸ ਨੇ ਦੂਜੇ ਨੰਬਰ ਤੇ ਕਿਹਦਾ ਨਾਮ ਬੋਲਿਆ ਹੈ। ਪਹਿਲੇ ਨੰਬਰ ਤੇ ਸੀ ਚੰਦੂ ਤੇ ਦੂਸਰੇ ਨੰਬਰ ਤੇ ਚੰਦੂ ਦਾ ਕਲੋਜ਼ ਫਰੈਂਡ ਨਰੇਟਰ। ਓਕੇ, ਸੋ ਇੱਥੇ ਲੈਟਰ ਦਾ ਮਤਲਬ ਕੀ ਹੈ? ਨਰੇਟਰ ਯਾਨੀ ਕਹਾਣੀ ਨੂੰ ਬਿਆਨ ਕਰਨ ਵਾਲਾ। ਸੋ ਆਓ ਆਪਾਂ ਦੁਬਾਰਾ ਪੜ੍ਹਦੇ ਹਾਂ। The letter calls him one of the makers of modern India, ਕਿ ਕਹਾਣੀ ਦਾ ਨਰੇਟਰ ਉਸ ਦੀ ਗਿਣਤੀ ਆਧੁਨਿਕ ਭਾਰਤ ਦੇ ਨਿਰਮਾਤਾਵਾਂ ਵਿੱਚ ਗਿਣਦਾ ਹੈ। ਚੰਦੂ being senior by about 6 months to the narrator। ਚੰਦੂ ਕਹਾਣੀ ਬਿਆਨ ਕਰਨ ਵਾਲੇ ਤੋਂ 6 ਮਹੀਨੇ ਵੱਡਾ ਹੋਣ ਕਰਕੇ takes lead in all matters, ਤਾਂ ਉਹ ਸਾਰੇ ਮਾਮਲਿਆਂ ਵਿੱਚ ਲੀਡ ਲੈਂਦਾ ਹੈ, ਭਾਵ ਅੱਗੇ ਹੋ ਜਾਂਦਾ ਹੈ। is very fond of his boyish pranks। ਉਹ ਲੜਕਪਨ ਦੀਆਂ ਸ਼ਰਾਰਤਾਂ ਦੇ ਵਿੱਚ ਬਹੁਤ ਰੁਚੀ ਰੱਖਦਾ ਹੈ। he likes catching wasps। ਉਸਨੂੰ ਸ਼ਹਿਦ ਦੀਆਂ ਮੱਖੀਆਂ ਫੜਨੀਆਂ ਪਸੰਦ ਹਨ। squeezing the poison out of their tails, ਤੇ ਉਹਨਾਂ ਦੀਆਂ ਪੂੰਛਾਂ ਦੇ ਵਿੱਚੋਂ ਜ਼ਹਿਰ ਨੂੰ ਨਿਚੋੜ ਕੇ ਕੱਢਣਾ ਉਸਨੂੰ ਪਸੰਦ ਹੈ। and making them fly by tying their legs with a thread, ਅਤੇ ਉਹਨਾਂ ਦੀਆਂ ਲੱਤਾਂ ਤੇ ਧਾਗਾ ਬੰਨ੍ਹ ਕੇ ਉਹਨਾਂ ਨੂੰ ਉਡਾਣਾ ਉਸਨੂੰ ਪਸੰਦ ਹੈ। He is quite expert in making kites of various designs। ਉਹ ਕਾਫੀ ਮਾਹਿਰ ਹੈ ਅਲੱਗ-ਅਲੱਗ ਡਿਜ਼ਾਈਨਾਂ ਦੇ
ਪਤੰਗ ਬਣਾਉਣ ਵਿੱਚ। ਅਲਾਸ, in spite of these talents, ਪਰ ਖੇਦ ਹੈ ਕਿ ਇਹਨਾਂ ਸਾਰੇ ਹੁਨਰਾਂ ਦੇ ਬਾਵਜੂਦ ਵੀ he is tougher in learning। ਉਹ ਸਿੱਖਣ ਵਿੱਚ ਡਫਰ ਹੈ, ਭਾਵ ਨਲਾਇਕ ਹੈ। ਚੰਦੂ was a barber by caste। ਚੰਦੂ ਇੱਕ ਜ਼ਾਤ ਦਾ ਨਾਈ ਹੈ। he adopted the profession of his father। ਉਸਨੇ ਆਪਣੇ ਪਿਤਾ ਜੀ ਦਾ ਕਿੱਤਾ ਅਡਾਪਟ ਕਰ ਲਿਆ, ਭਾਵ ਧਾਰਨ ਕਰ ਲਿਆ। ਜੋ ਉਸਦੇ ਪਿਤਾ ਜੀ ਕਰਦੇ ਸੀ ਉਹੀ ਉਸਨੇ ਕਰਨਾ ਸ਼ੁਰੂ ਕਰ ਦਿੱਤਾ। as he was considered a member of a low caste, ਕਿ ਜਿੱਦਾਂ ਉਸਨੂੰ ਨੀਵੀਂ ਜਾਤੀ ਦਾ ਇੱਕ ਮੈਂਬਰ ਸਮਝਿਆ ਜਾਂਦਾ ਸੀ। the other so called people of high caste used to insult him and swear at him। ਤੇ ਕਹਿੰਦੇ ਕਹਾਂਦੇ ਉੱਚੀ ਜ਼ਾਤ ਦੇ ਲੋਕ ਅਕਸਰ ਉਸ ਦੀ ਬੇਇੱਜ਼ਤੀ ਕਰਿਆ ਕਰਦੇ ਸਨ। In the end, he decided to go on strike and stop visiting people's homes। ਅਖੀਰ ਵਿੱਚ ਉਸਨੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਵਾਲ ਕੱਟਣ ਦਾ ਕੰਮ ਬੰਦ ਕਰ ਦਿੱਤਾ। He opened his own shop। ਉਸਨੇ ਆਪਣੀ ਖੁਦ ਦੀ ਦੁਕਾਨ ਖੋਲੀ and the villagers had to go there to get themselves shaved। ਅਤੇ ਹੁਣ ਪਿੰਡ ਵਾਲਿਆਂ ਨੂੰ ਉਹਦੀ ਦੁਕਾਨ ਤੇ ਜਾਣਾ ਪੈਂਦਾ ਸੀ ਆਪਣੀ ਸ਼ੇਵ ਕਰਾਉਣ ਲਈ। Let's read the story। Among the makers of modern India, ਆਧੁਨਿਕ ਭਾਰਤ ਦੇ ਨਿਰਮਾਤਾਵਾਂ ਵਿੱਚੋਂ ਚੰਦੂ the barber boy of our village। ਚੰਦੂ ਜੋ ਕਿ ਸਾਡੇ ਪਿੰਡ ਦਾ ਨਾਂ ਹੀ ਸੀ has a place which will be denied him unless I press for the recognition of his contribution to history। ਉਸ ਦੀ ਭਾਰਤ ਦੇ ਇਤਿਹਾਸ ਨੂੰ ਜੋ ਦੇਣ ਹੈ ਉਸ ਹਿਸਾਬ ਨਾਲ ਉਸਦੀ ਆਪਣੀ ਇੱਕ ਜਗ੍ਹਾ ਸੀ ਜਿਹੜੀ ਕਿ ਲੋਕਾਂ ਨੇ ਡਿਨਾਈ ਕਰ ਦੇਣੀ ਸੀ, ਭਾਵ ਲੋਕਾਂ ਨੇ ਉਸ ਨੂੰ ਭੁੱਲ ਜਾਣਾ ਸੀ ਜੇ ਮੈਂ ਇਹ ਸਟੋਰੀ ਲਿਖ ਕੇ ਉਸ ਦੀ ਰੈਕਗਨੀਸ਼ਨ ਲਈ ਜ਼ੋਰ ਨਾ ਪਾਉਂਦਾ। ਚੰਦੂ's peculiar claim to recognition। ਚੰਦੂ ਦਾ ਜਿਹੜਾ ਅਜੀਬ ਜਿਹਾ ਕਲੇਮ ਹੈ, ਦਾਵਾ ਹੈ ਉਸ ਦੀ ਪਹਿਚਾਣ ਦਾ। ਜਿੱਦਾਂ ਕਿ ਮੈਨੂੰ ਲੱਗਿਆ ਕਿ ਚੰਦੂ ਦੀ ਪਹਿਚਾਣ ਹੋਣੀ ਚਾਹੀਦੀ ਹੈ। ਇਹ ਜੋ ਦਾਵਾ ਹੈ ਰੈਸਟਡ, ਇਹ ਇਸ ਗੱਲ ਵਿੱਚ ਸਮਾਇਆ ਹੋਇਆ ਹੈ ਟੂ ਟੈਲ ਦਾ ਟਰੂਥ, ਕਿ ਜੇ ਮੈਂ ਉਹ ਗੱਲ ਤੁਹਾਨੂੰ ਸੱਚ ਦੱਸਾਂ। ਐਨ ਐਕਸਪਲੋਇਟ ਹੁੰਦਾ ਪਰਾਕਰਮ, ਕਾਰਨਾਮਾ, ਕੋਈ ਵਧੀਆ ਗੱਲ। ਉਸ ਦੇ ਇਸ ਪਰਾਕਰਮ ਦੇ ਵਿੱਚ, ਇਸ ਕਾਰਨਾਮੇ ਦੇ ਵਿੱਚ ਹੈ of which he did not know the full significance। ਜਿਹੜੇ ਕਾਰਨਾਮੇ ਦੀ ਉਹ ਆਪ ਵੀ ਪੂਰੀ ਤਰ੍ਹਾਂ ਮਹੱਤਤਾ ਨੂੰ ਨਹੀਂ ਜਾਣ ਸਕਿਆ। but then, ਪਰ ਫਿਰ unlike most great men of India today, ਆਧੁਨਿਕ ਭਾਰਤ ਦੇ ਬਹੁਤ ਮਹਾਨ ਵਿਅਕਤੀਆਂ ਤੋਂ ਵੱਖਰੇ he had no very exaggerated notion of his own importance। ਉਹਦੇ ਮਨ ਵਿੱਚ ਆਪਣੇ ਪ੍ਰਤੀ ਕੋਈ ਜ਼ਿਆਦਾ ਵੱਡਾ ਭਾਵ ਨਹੀਂ ਸੀ ਕਿ ਮੈਂ ਕੋਈ ਵੱਡਾ ਕੰਮ ਕੀਤਾ, ਬਹੁਤ ਵਧੀਆ ਬੰਦਾ ਹਾਂ, ਮੈਂ ਬਹੁਤ ਮਹਾਨ ਹਾਂ। ਇਹੋ ਜਿਹਾ ਉਸਦੇ ਦਿਮਾਗ ਵਿੱਚ ਕੁਝ ਵੀ ਨਹੀਂ ਸੀ। though he shared with them a certain native egotism, ਪਰ ਫਿਰ ਵੀ ਉਹ ਆਪਣੇ ਨਾਲ ਵਸਦੇ ਭਾਰਤ ਵਾਸੀਆਂ ਦੇ ਨਾਲ ਕਈ ਵਾਰ ਆਪਣਾ ਘਮੰਡ ਵੀ ਸ਼ੋਅ ਕਰਦਾ ਸੀ, ਭਾਵ ਉਹ ਕਈ ਵਾਰ ਘਮੰਡੀ ਦਿਖਦਾ ਸੀ ਆਪਣੀ ਬੋਲਬਾਣੀ ਵਿੱਚ which was sometimes disconcerting। ਤੇ ਉਸਦਾ ਇਹ ਬਿਹੇਵੀਅਰ ਕਈ ਵਾਰ ਵਧੀਆ ਨਹੀਂ ਲੱਗਦਾ ਸੀ, ਇੰਨਾ ਕਿਸੇ ਨੂੰ ਪ੍ਰਸੰਨ ਕਰਨ ਵਾਲਾ ਨਹੀਂ ਹੁੰਦਾ ਸੀ and sometimes rather charming। ਤੇ ਕਦੀ ਕਦਾਈ ਇਹ ਬਿਹੇਵੀਅਰ ਉਸਦਾ ਬੜਾ ਪਿਆਰਾ ਵੀ ਲੱਗਦਾ ਹੁੰਦਾ ਸੀ। I knew ਚੰਦੂ, ਮੈਂ ਚੰਦੂ ਨੂੰ ਜਾਣਦਾ ਹਾਂ ever since the days, ਉਹਨਾਂ ਦਿਨਾਂ ਤੋਂ when he wore a piece of rag, ਜਦੋਂ ਉਹ ਇੱਕ ਫਟਿਆ ਪੁਰਾਣਾ ਕੱਪੜਾ ਹੀ ਪਹਿਨਦਾ ਸੀ in the middle of his naked distended ballad body। ਤੇ ਉਹ ਵੀ ਆਪਣੇ ਨੰਗ ਤੜੰਗੇ ਸਰੀਰ ਜਿਸ ਦੀ ਕਿ ਜ਼ਿਆਦਾ ਕੇਅਰ ਨਹੀਂ ਕੀਤੀ ਗਈ ਸੀ, ਯਾਨੀ ਉਹ ਡਿਸਟੈਂਡਡ ਸੀ, ਬੈਲਿਡ ਤੇ ਪੇਟ ਬਾਹਰ ਨੂੰ ਨਿਕਲਿਆ ਹੋਇਆ ਸੀ। ਇਹੋ ਜਿਹੀ ਬੋਡੀ ਜਿਸ ਦੀ ਜ਼ਿਆਦਾ ਕੇਅਰ ਨਹੀਂ ਕੀਤੀ ਗਈ, ਜਿਸ ਦਾ ਕਿ ਪੇਟ ਬਾਹਰ ਨੂੰ ਨਿਕਲਿਆ ਹੋਇਆ ਸੀ, ਜਦੋਂ ਉਹ ਇਸ ਸ਼ੇਪ ਦਾ ਹੁੰਦਾ ਸੀ ਤੇ ਉਸ ਵੇਲੇ ਉਹ ਆਪਣਾ ਤਨ ਢਕਣ ਲਈ ਸਿਰਫ ਇੱਕ ਫਟਿਆ ਪੁਰਾਣਾ ਕੱਪੜਾ ਹੀ ਆਪਣੇ ਪੇਟ ਦੇ ਦੁਆਲੇ ਪਾਉਂਦਾ ਸੀ। ਐਂਡ ਵੈਨ ਵੀ ਵੈਲੋਡ ਟੂਗੈਦਰ, ਜਦੋਂ ਅਸੀਂ ਲਿਪਟਦੇ ਫਿਰਦੇ ਸੀ ਇਨ ਦਾ ਮਾਇਰ ਆਫ ਦਾ ਵਿਲੇਜ ਲੇਨਸ, ਪਿੰਡ ਦੀਆਂ ਗਲੀਆਂ ਦੇ ਚਿੱਕੜ ਦੇ ਵਿੱਚ ਪਲੇਇੰਗ ਐਟ ਸੋਲਜਰਿੰਗ, ਅਤੇ ਕਈ ਵਾਰ ਅਸੀਂ ਸੈਨਿਕ ਖੇਡਦੇ ਸੀ, ਫੌਜੀ ਖੇਡਦੇ ਸੀ, ਸ਼ੌਪਕੀਪਿੰਗ ਤੇ ਕਈ ਵਾਰ ਦੁਕਾਨਦਾਰ ਬਣ ਜਾਂਦੇ ਸੀ, ਔਰ ਕਲਰਕਿੰਗ ਤੇ ਕਈ ਵਾਰ ਕਲਰਕ ਬਣ ਜਾਂਦੇ ਸੀ, ਐਂਡ ਅਦਰ ਲਿਟਲ ਗੇਮਸ ਵਿਚ ਵੀ ਇਨਵੈਂਟਡ, ਅਤੇ ਹੋਰ ਇਹੋ ਜਿਹੀਆਂ ਕਈ ਗੇਮਸ ਜਿਹੜੀਆਂ ਅਸੀਂ ਖੁਦ ਹੀ ਇਨਵੈਂਟ ਕੀਤੀਆਂ ਸੀ, ਖੁਦ ਹੀ ਬਣਾਈਆਂ ਸਨ ਫॉर ਦਾ ਡਿਲੈਕਟੇਸ਼ਨ ਆਫ ਆਰ ਟੂ ਸੈਲਸ, ਆਪਣੇ ਦੋਨਾਂ ਦੇ ਇੰਜੋਇਮੈਂਟ ਲਈ ਜਿਹੜੀਆਂ ਅਸੀਂ ਗੇਮਸ ਬਣਾਈਆਂ ਸਨ, ਐਂਡ ਆਫ ਆਰ ਮਦਰਸ, ਅਤੇ ਆਪਣੀ ਮਦਰਸ ਦੀ ਇੰਜੋਇਮੈਂਟ ਲਈ ਜੋ ਅਸੀਂ ਗੇਮਸ ਬਣਾਈਆਂ ਸਨ। who alone of all the elders condescended to notice us।
ਤੇ ਸਾਡੀਆਂ ਮਾਵਾਂ ਉਹ ਕੱਲੀਆਂ ਹੀ ਸਨ ਜੋ ਆਪਣੀ ਉਮਰ ਆਪਣੇ ਰੁਤਬੇ ਤੋਂ ਥੱਲੇ ਆ ਕੇ ਬਾਕੀ ਤਾਂ ਸਾਰੇ ਆਪਣੇ ਆਪ ਨੂੰ ਵੱਡਾ ਸਮਝਦੇ ਸੀ ਤੇ ਕੋਈ ਵੀ ਸਾਡੇ ਨਾਲ ਖੇਡਣ ਨੂੰ ਤਿਆਰ ਨਹੀਂ ਸੀ, ਸਾਡੇ ਹਾਣ ਦੇ ਵਿੱਚ ਰਚ ਮਿਚ ਨਹੀਂ ਜਾਂਦਾ ਸੀ। ਸਾਡੀਆਂ ਮਾਵਾਂ ਹੀ ਸੀ ਜੋ ਕਿ ਆਪਣੀ ਏਜ ਤੋਂ ਥੱਲੇ ਆ ਕੇ ਸਾਡੀ ਏਜ ਵਿੱਚ ਰਚ ਮਿਚ ਕੇ ਸਾਡੇ ਨਾਲ ਖੇਡਦੀਆਂ ਸਨ ਤੇ ਸਾਡੇ ਵੱਲ ਧਿਆਨ ਦਿੰਦੀਆਂ ਸਨ। ਚੰਦੂ was my senior by about 6 months. ਚੰਦੂ ਮੇਰੇ ਤੋਂ 6 ਮਹੀਨੇ ਵੱਡਾ ਸੀ and he always took the lead in all matters. ਅਤੇ ਉਹ ਹਰ ਕੰਮ ਦੇ ਵਿੱਚ ਅਗਵਾਈ ਲੈਂਦਾ ਸੀ, ਉਹ ਹਰ ਕੰਮ ਵਿੱਚ ਅੱਗੇ ਹੁੰਦਾ ਸੀ ਮੇਰੇ ਨਾਲੋਂ and I willingly followed. ਅਤੇ ਮੈਂ ਵੀ ਆਪਣੀ ਮਰਜ਼ੀ ਦੇ ਨਾਲ ਉਸਨੂੰ ਫੋਲੋ ਕਰਦਾ ਸੀ, ਉਸ ਦੇ ਪਿੱਛੇ ਲੱਗਦਾ ਸੀ। Because truly he was a genius at catching wasps. ਕਿਉਂਕਿ ਉਹ ਸੱਚਮੁੱਚ ਹੀ ਬੜਾ ਜੀਨੀਅਸ ਸੀ। ਕਿਸ ਚੀਜ਼ 'ਚ ਜੀਨੀਅਸ ਸੀ? ਐਟ ਕੈਚਿੰਗ ਵਾਸਪਸ, ਕਿ ਉਹ ਜਿਹੜੀਆਂ ਸ਼ਹਿਦ ਦੀਆਂ ਮੱਖੀਆਂ ਜਿਹਨੂੰ ਤਤਈਏ ਵੀ ਕਹਿੰਦੇ ਆ, ਉਹਨਾਂ ਨੂੰ ਫੜਨ ਦੇ ਵਿੱਚ। ਐਂਡ ਐਟ ਪ੍ਰੈਸਿੰਗ ਦਾ ਪੋਇਜ਼ਨ ਆਊਟ ਆਫ ਦੇਅਰ ਟੇਲਸ, ਅਤੇ ਉਹਨਾਂ ਦੀਆਂ ਟੇਲਸ ਦੇ ਵਿੱਚੋਂ ਉਹਨਾਂ ਦੀਆਂ ਪੂਛਾਂ ਨੂੰ ਪ੍ਰੈਸ ਕਰਕੇ ਉਹਦੇ ਵਿੱਚੋਂ ਜ਼ਹਿਰ ਕੱਢਣ ਵਿੱਚ ਉਹ ਐਕਸਪਰਟ ਹੁੰਦਾ ਸੀ। ਐਟ ਟਾਈਂਗ ਦੇਅਰ ਟਾਈਨੀ ਲੈਗਸ, ਅਤੇ ਉਹ ਇਸ ਚੀਜ਼ 'ਚ ਵੀ ਜੀਨੀਅਸ ਸੀ ਕਿ ਉਹਨਾਂ ਦੀਆਂ ਛੋਟੀਆਂ-ਛੋਟੀਆਂ ਲੱਤਾਂ ਨੂੰ ਉਹ ਬੰਨ੍ਹ ਦਿੰਦਾ ਸੀ। ਕਿਹਦੇ ਨਾਲ? ਟੂ ਕੋਟਨ ਥ੍ਰੈਡ, ਸੂਤ ਦੇ ਧਾਗੇ ਨਾਲ। ਐਂਡ ਫਲਾਈਂਗ them, ਅਤੇ ਉਹਨਾਂ ਨੂੰ ਉਡਾਨ ਵਿੱਚ ਵੀ ਉਹ ਬੜਾ ਜੀਨੀਅਸ ਸੀ। ਵਾਈਲ, ਤੇ ਜਦ ਕਿ I always got stung on the cheeks, ਤੇ ਜਦ ਕਿ ਮੈਨੂੰ ਹਮੇਸ਼ਾ ਮੇਰੇ ਗੱਲਾਂ ਦੇ ਉੱਤੇ ਡੰਕ ਪੈਂਦਾ ਸੀ। if I dared, ਜੇ ਮੈਂ ਹਿੰਮਤ ਕਰਦਾ to go anywhere near the platform of the village well, ਕਿ ਜੇ ਮੈਂ ਪਿੰਡ ਦੇ ਖੂਹ ਦੇ ਚਬੂਤਰੇ ਦੇ ਨੇੜੇ ਤੇੜੇ ਆਉਣ ਦੀ ਹਿੰਮਤ ਵੀ ਕਰਦਾ। where these insects, ਜਿੱਥੇ ਇਹ ਕੀਟ ਪਤੰਗੇ settled, ਬੈਠੇ ਹੁੰਦੇ ਸਨ on the puddles, puddle ਹੁੰਦਾ ਛੋਟਾ ਜਿਹਾ ਤਲਾਬ, on the puddles to drink water, ਕਿ ਜਿੱਥੇ ਉਹ ਛੋਟੇ ਜਿਹੇ ਤਲਾਬ ਤੇ ਸੈਟਲ ਹੋਏ ਹੁੰਦੇ ਪਾਣੀ ਪੀਣ ਲਈ, ਤੇ ਜੇ ਮੈਂ ਗਲਤੀ ਨਾਲ ਵੀ ਹਿੰਮਤ ਕਰ ਲੈਂਦਾ ਉੱਥੇ ਕੋਲ ਜਾਣ ਦੀ, ਤਾਂ ਮੈਨੂੰ ਹਮੇਸ਼ਾ ਉਹਨਾਂ ਕੋਲੋਂ ਡੰਕ ਪੈਂਦਾ ਸੀ ਮੇਰੀਆਂ ਗੱਲਾਂ ਤੇ। when we grew up, ਜਦੋਂ ਅਸੀਂ ਵੱਡੇ ਹੋਏ, he still seemed to me, ਉਹ ਮੈਨੂੰ ਫਿਰ ਵੀ ਅਜਿਹਾ ਹੀ ਲੱਗਦਾ ਰਿਹਾ, the embodiment of perfection, ਕਿ ਜਿਸ ਤਰ੍ਹਾਂ ਉਹ ਇੱਕ perfection ਦਾ ਅਵਤਾਰ ਹੋਵੇ, perfection ਦਾ ਮਸੀਹਾ ਹੋਵੇ, ਹਰ ਕੰਮ ਨੂੰ ਸੰਪੂਰਨਤਾ ਦੇ ਨਾਲ ਕਰਨ ਦਾ ਉਹ ਕੋਈ ਜਾਦੂਗਰ ਹੋਵੇ। because he could make and fly paper kites of such intricate design, ਕਿ ਉਹ ਬਹੁਤ ਹੀ ਅਜੀਬੋ-ਗਰੀਬ ਡਿਜ਼ਾਈਨ ਦੇ ਕਾਗਜ਼ ਦੇ ਪਤੰਗਾਂ ਨੂੰ ਬਣਾ ਵੀ ਸਕਦਾ ਸੀ ਅਤੇ ਉਹਨਾਂ ਨੂੰ ਉਡਾ ਵੀ ਸਕਦਾ ਸੀ। ਐਂਡ ਆਫ ਸੱਚ ਬੈਲੈਂਸ, ਅਤੇ ਇਸ ਸੰਤੁਲਨ ਨਾਲ ਉਸ ਨੂੰ ਬਣਾਉਂਦਾ ਸੀ ਅਤੇ ਉਡਾਉਂਦਾ ਸੀ ਐਜ਼ ਆਈ ਕੁਡ ਨੈਵਰ ਅਚੀਵ, ਕਿ ਮੈਂ ਉਹ ਵਾਲਾ ਬੈਲੈਂਸ ਕਦੀ ਵੀ ਅਚੀਵ ਨਹੀਂ ਕਰ ਪਾਇਆ। ਪਤੰਗ ਮੈਂ ਵੀ ਬਣਾਉਂਦਾ ਸੀ, ਪਰ ਮੇਰੇ ਵਿੱਚ ਉਹ ਬੈਲੈਂਸ ਕਦੀ ਨਹੀਂ ਆਇਆ ਕਿ ਮੈਂ ਉਹਨੂੰ ਅੱਛੀ ਤਰ੍ਹਾਂ ਬਣਾ ਸਕਾਂ ਤੇ ਉਸਨੂੰ ਬੈਲੈਂਸ ਦੇ ਨਾਲ ਉਡਾ ਸਕਾਂ। To be sure, he was not so good at doing sums at school as I was. ਪਰ ਇਸ ਗੱਲ ਦਾ ਤਾਂ ਮੈਨੂੰ ਪੱਕਾ ਯਕੀਨ ਸੀ ਕਿ ਉਹ ਸਕੂਲ ਦੇ ਮੈਥ ਦੇ ਸਮ ਕਰਨ ਵਿੱਚ ਓਨਾ ਅੱਛਾ ਨਹੀਂ ਸੀ ਜਿੰਨਾ ਕਿ ਮੈਂ ਸੀ। Perhaps because his father apprenticed him early to the hereditary profession of the barber's caste. ਉਹ ਸ਼ਾਇਦ ਇਸ ਕਰਕੇ ਵੀ ਸੀ ਕਿ ਉਸਦੇ ਪਿਤਾ ਜੀ ਨੇ ਉਸ ਨੂੰ ਬਹੁਤ ਜਲਦੀ ਆਪਣੇ ਪਿਤਾ ਪੁਰਖੀ ਕੰਮ, ਜੋ ਕਿ ਨਾਈ ਜਾਤ ਦਾ ਹੁੰਦਾ ਹੈ, ਉਹ ਕੰਮ ਸਿੱਖਣ ਲਈ ਬਹੁਤ ਜਲਦੀ ਲਗਾ ਦਿੱਤਾ ਸੀ। ਅਪ੍ਰੈਂਟਿਸ ਪੀਰੀਅਡ ਹੁੰਦਾ ਜਦੋਂ ਅਸੀਂ ਕਿਸੇ ਸਕਿਲਡ ਵਰਕਰ ਦੇ ਕੋਲ, ਮੰਨ ਲਓ ਕਿਸੇ ਮਕੈਨਿਕ ਦੇ ਕੋਲ ਲੱਗਦੇ ਹਾਂ ਉਹਦਾ ਕੰਮ ਸਿੱਖਣ ਲਈ, ਤੇ ਨਾਲ ਨਾਲ ਅਸੀਂ ਉਹਦਾ ਹੱਥ ਵਟਾਉਂਦੇ ਹਾਂ ਤੇ ਨਾਲ ਨਾਲ ਉਹ ਸਾਨੂੰ ਕੰਮ ਸਿਖਾਉਂਦਾ ਹੈ। ਇਹਨੂੰ ਕਹਿੰਦੇ ਨੇ ਅਪ੍ਰੈਂਟਿਸਸ਼ਿਪ ਪੀਰੀਅਡ। ਸੋ ਉਹੀ ਕੰਮ ਸਿੱਖਣ ਦੇ ਲਈ ਉਸਦੇ ਪਿਤਾ ਨੇ ਉਸਨੂੰ ਜਲਦੀ ਹੀ ਆਪਣੇ ਨਾਲ ਲਾ ਲਿਆ ਸੀ। ਐਂਡ ਸੈਂਟ ਹਿਮ ਆਊਟ ਹੇਅਰ ਕਟਿੰਗ ਇਨ ਦ ਵਿਲੇਜ, ਅਤੇ ਉਸਨੂੰ ਪਿੰਡ ਦੇ ਵਿੱਚ ਲੋਕਾਂ ਦੇ ਘਰਾਂ ਵਿੱਚ ਹੇਅਰ ਕਟਿੰਗ ਲਈ ਉਹ ਭੇਜਦੇ ਸਨ। ਐਂਡ ਹੀ ਹੈਡ ਨੋ ਟਾਈਮ ਫॉर द ਹੋਮ ਟਾਸਕਸ ਵਿਚ ਆਰ ਮਾਸਟਰ ਗੇਵ ਅਸ, ਅਤੇ ਉਸ ਕੋਲ ਸਾਡੇ ਸਕੂਲ ਦੇ ਮਾਸਟਰ ਜੀ ਦੁਆਰਾ ਦਿੱਤੇ ਗਏ ਘਰ ਦਾ ਕੰਮ ਕਰਨ ਲਈ ਕੋਈ ਸਮਾਂ ਨਹੀਂ ਹੁੰਦਾ ਸੀ। ਬਟ ਹੀ ਵਾਜ਼ ਬੈਟਰ ਦੈਨ ਆਈ ਐਟ ਰਿਸਾਈਟਿੰਗ ਪੋਇਟਰੀ ਐਨੀ ਡੇ, ਪਰ ਉਹ ਕਿਸੇ ਦਿਨ ਵੀ ਕਵੀਸ਼ਰੀ ਨੂੰ ਉਚਾਰਨ ਦੇ ਵਿੱਚ, ਬੋਲਣ ਦੇ ਵਿੱਚ ਮੇਰੇ ਨਾਲੋਂ ਕਿਤੇ ਵਧੀਆ ਹੁੰਦਾ ਸੀ। For not only did he remember by rote the verses in the textbook, ਉਹ ਸਿਰਫ ਇਹ ਕਵਿਤਾਵਾਂ ਰੱਟਾ ਮਾਰਨ ਲਈ ਨਹੀਂ ਯਾਦ ਕਰਦਾ ਸੀ, but he could repeat the endless pages of prose in that book so that they seemed like poetry. ਪਰ ਉਹ ਕਵਿਤਾਵਾਂ ਤੋਂ ਬਿਨਾਂ ਵਾਰਤਕ, ਜੋ ਕਵਿਤਾਵਾਂ ਨਹੀਂ ਹੁੰਦੀਆਂ ਸਨ, ਉਸ ਬੁੱਕ ਵਿੱਚ ਮੌਜੂਦ ਉਹ ਲੈਸਨਸ ਵੀ ਉਹ ਕਵਿਤਾਵਾਂ ਦੀ ਤਰ੍ਹਾਂ ਹੀ ਯਾਦ ਕਰ ਲੈਂਦਾ ਸੀ। ਏਦਾਂ ਲੱਗਦਾ ਸੀ ਜਿੱਦਾਂ ਉਹ
ਕਵਿਤਾ ਹੀ ਬੋਲ ਰਿਹਾ ਹੋਵੇ। ਮਾਈ ਮਦਰ ਰਿਸੈਂਟਡ ਦ ਫੈਕਟ, ਮੇਰੇ ਮੰਮੀ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ that ਚੰਦੂ won a scholarship at school, ਕਿ ਚੰਦੂ ਨੇ ਸਕੂਲ ਵਿੱਚੋਂ ਵਜ਼ੀਫਾ ਜਿੱਤ ਲਿਆ ਸੀ, ਭਾਵ ਉਹਨੂੰ ਵਜ਼ੀਫਾ ਮਿਲਦਾ ਸੀ, while I had to pay fees to be taught, ਅਤੇ ਮੈਨੂੰ ਮੇਰੇ ਅਧਿਆਪਕਾਂ ਤੋਂ ਪੜ੍ਹਾਈ ਕਰਨ ਲਈ ਫੀਸ ਦੇਣੀ ਪੈਂਦੀ ਸੀ। ਐਂਡ ਸ਼ੀ ਕੌਨਸਟੈਂਟਲੀ dissuaded me, ਅਤੇ ਉਹ ਲਗਾਤਾਰ ਮੈਨੂੰ ਰੋਕਦੀ ਸੀ, ਮੈਨੂੰ ਮਨਾ ਕਰਦੀ ਸੀ from playing with him, ਉਹਦੇ ਨਾਲ ਖੇਡਣ ਤੋਂ, saying that, ਇਹ ਕਹਿੰਦੇ ਹੋਏ ਚੰਦੂ was a low caste barber's son, ਕਿ ਚੰਦੂ ਇੱਕ ਨੀਵੀਂ ਜਾਤੀ ਵਾਲੇ ਨਾਈ ਦਾ ਲੜਕਾ ਹੈ, and that I ought to keep up the status of my caste and class, ਅਤੇ ਮੈਨੂੰ ਆਪਣੀ ਉੱਚੀ ਜਾਤ ਸ਼੍ਰੇਣੀ ਦੇ ਦਰਜੇ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ, ਭਾਵ ਉਹਨਾਂ ਨਾਲ ਨਹੀਂ ਮਿਲਣਾ ਚਾਹੀਦਾ। ਬਟ whatever innate ideas, ਪਰ ਚਾਹੇ ਕੁਝ ਵੀ ਮੈਨੂੰ ਪੈਦਾਇਸ਼ੀ ਵਿਚਾਰ ਮਿਲੇ ਹੋਣ, I had inherited from my forefathers, ਜਿਹੜੇ ਕਿ ਮੈਂ ਆਪਣੇ ਪੂਰਵਜਾਂ ਤੋਂ ਧਾਰਨ ਕੀਤੇ ਹੋਣ, ਪ੍ਰਾਪਤ ਕੀਤੇ ਹੋਣ, I certainly hadn't inherited any sense of superiority, ਪਰ ਯਕੀਨਨ ਇਹ ਵਿਚਾਰ ਮੇਰੇ ਅੰਦਰ ਧਾਰਨ ਨਹੀਂ ਹੋ ਪਾਇਆ ਕਿ ਮੈਂ ਚੰਦੂ ਤੋਂ ਜ਼ਿਆਦਾ ਸੁਪੀਰੀਅਰ ਹਾਂ, ਵਧੀਆ ਹਾਂ। Indeed, I was always rather ashamed of the red caste mark which my mother put on my forehead every morning. ਯਕੀਨਨ ਮੈਨੂੰ ਤਾਂ ਇਸ ਦੀ ਬਜਾਏ ਸ਼ਰਮ ਆਉਂਦੀ ਸੀ ਉਸ ਲਾਲ ਤਿਲਕ ਨੂੰ ਦੇਖ ਕੇ ਜੋ ਮੇਰੀ ਮਾਂ ਹਰ ਸਵੇਰ ਨੂੰ ਮੇਰੇ ਮੱਥੇ ਤੇ ਲਗਾਉਂਦੀ ਸੀ, and of the formalized pattern of the Achkin, ਕਿ ਜਿਹੜਾ ਇੱਕ ਰਸਮੀ ਜਿਹਾ ਤਰੀਕਾ ਸੀ ਕੋਟ ਨੂੰ ਪਹਿਨਣ ਦਾ, the tight cotton trousers, ਇੱਕ ਤੰਗ ਸੂਤੀ ਪਜਾਮਾ ਪਾਉਣ ਦਾ, the gold worked shoes, ਕਿ ਉਹ ਜੁੱਤੇ ਜਿਸ ਤੇ ਸੁਨਹਿਰੀ ਧਾਗਿਆਂ ਦੇ ਨਾਲ ਕੰਮ ਕੀਤਾ ਗਿਆ ਹੋਵੇ, and the silk turban, ਅਤੇ ਸਿਲਕ ਦੀ ਪਗੜੀ in which I dressed, ਜੋ ਕਿ ਮੈਂ ਪਹਿਨਦਾ ਸੀ, and I longed for the right, ਅਤੇ ਮੇਰੀ ਤੀਬਰ ਇੱਛਾ ਹੁੰਦੀ ਸੀ ਕਿ ਮੈਨੂੰ ਵੀ ਹੱਕ ਮਿਲੇ, to wear all the spectacular conglomeration, spectacular ਸ਼ਾਨਦਾਰ, conglomeration ਹੁੰਦਾ mixture, ਕਿ ਅਲੱਗ-ਅਲੱਗ ਰੋਜ਼ ਬਦਲ ਕੇ, conglomeration of clothes which ਚੰਦੂ wore, ਕਿ ਮੇਰੀ ਵੀ ਤੀਬਰ ਇੱਛਾ ਸੀ ਕਿ ਮੈਨੂੰ ਵੀ ਹੱਕ ਮਿਲੇ ਕਿ ਜਿਸ ਤਰ੍ਹਾਂ ਚੰਦੂ ਬਦਲ ਕੇ ਸ਼ਾਨਦਾਰ ਕੱਪੜੇ ਪਹਿਨਦਾ ਹੈ, ਉਸੇ ਤਰ੍ਹਾਂ ਮੈਂ ਵੀ ਪਹਿਨ ਸਕਾਂ। A pair of khaki shorts, ਕਿ ਜਿਸ ਤਰ੍ਹਾਂ ਚੰਦੂ ਖਾਕੀ ਸ਼ੋਰਟਸ ਪਹਿਨਦਾ ਹੈ, ਭਾਵ ਖਾਕੀ ਰੰਗ ਦੀ ਨਿੱਕਰ ਪਹਿਨਦਾ ਹੈ, which the retired ਸੂਬੇਦਾਰ had given him, ਜਿਹੜੀ ਕਿ ਉਸ ਨੂੰ ਰਿਟਾਇਰਡ ਸੂਬੇਦਾਰ ਨੇ ਦਿੱਤੀ ਸੀ। Afraid, ਯਾਨੀ ਇੱਕ ਘਿਸੀ ਪਿਟੀ, black ਕਾਲੀ, velvet ਮਖਮਲੀ, waistcoat ਯਾਨੀ ਛੋਟਾ ਕੋਟ, ਸੋ ਇੱਕ ਘਿਸਿਆ ਪਿਟਿਆ ਕਾਲਾ ਮਖਮਲੀ ਛੋਟਾ ਕੋਟ ਉਹ ਪਹਿਨਦਾ ਸੀ। ਡੈਕੋਰੇਟਡ all over with shell buttons, shell buttons ਹੁੰਦੇ ਜਿਹੜੀਆਂ ਸਿੱਪੀਆਂ ਹੁੰਦੀਆਂ ਨਾ, ਉਹਨਾਂ ਦੇ ਨਾਲ ਉਹ ਸਾਰੇ ਪਾਸੋਂ ਡੈਕੋਰੇਟ ਕੀਤਾ ਹੋਇਆ ਸੀ। ਐਂਡ ਰਾਊਂਡ ਫੈਲਟ ਕੈਪ, ਅਤੇ ਇੱਕ ਗੋਲ ਕੈਪ ਪਹਿਨਦਾ ਸੀ ਜੋ ਕਿ ਅੱਗੋਂ ਤਿੱਖੀ ਸੀ, which had once belonged to ਲਾਲਾ ਹੁਕਮ ਚੰਦ, ਜਿਹੜੀ ਕਿ ਕਿਸੇ ਵੇਲੇ ਲਾਲਾ ਹੁਕਮ ਚੰਦ ਦੀ ਸੀ, the lawyer of our village, ਜੋ ਕਿ ਸਾਡੇ ਪਿੰਡ ਦਾ ਵਕੀਲ ਸੀ। ਸੋ ਕਹਿਣ ਤੋਂ ਭਾਵ ਕਿ ਚੰਦੂ ਨੂੰ ਜੋ ਕੱਪੜੇ ਮਿਲਦੇ ਸਨ ਉਹ ਪਹਿਨ ਲੈਂਦਾ ਸੀ। ਅਕਸਰ ਉਹ ਕੱਪੜੇ ਕਿਸੇ ਨਾ ਕਿਸੇ ਕੋਲ ਮੰਗੇ ਹੋਏ ਹੁੰਦੇ ਸੀ, ਇਸ ਕਰਕੇ ਉਸਦੇ ਕੱਪੜੇ ਆਪਸ ਵਿੱਚ ਮੇਲ ਨਹੀਂ ਖਾਂਦੇ ਸੀ, ਪਰ ਉਹ ਕੱਪੜੇ ਇੰਨੇ ਕੁ ਰੰਗਦਾਰ ਹੁੰਦੇ ਸੀ ਜਿਹੜੇ ਕਿ ਆਥਰ ਨੂੰ ਬੜੇ ਚੰਗੇ ਲੱਗਦੇ ਸੀ, ਜੋ ਕਿ ਬਹੁਤ ਡਿਸਿਪਲਿਨਡ ਵੇ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਕੱਪੜੇ ਪਹਿਨਦਾ ਸੀ, ਪਰ ਉਸਦੀ ਇੱਛਾ ਸੀ ਕਿ ਉਹ ਵੀ ਚੰਦੂ ਵਰਗੇ ਕੱਪੜੇ ਪਹਿਨ ਸਕੇ। ਐਂਡ ਆਈ ਐਨਵਿਡ ਚੰਦੂ, ਅਤੇ ਮੈਨੂੰ ਚੰਦੂ ਤੋਂ ਇੱਕ ਹੋਰ ਗੱਲ ਤੇ ਵੀ ਈਰਖਾ ਹੁੰਦੀ ਸੀ, the freedom of movement which he enjoyed, ਕਿ ਜਿਹੜੀ ਉਹ ਇੱਧਰ ਉੱਧਰ ਫਿਰਨ ਦੀ ਆਜ਼ਾਦੀ ਨੂੰ ਮਾਣਦਾ ਸੀ। ਆਫਟਰ ਹਿਜ਼ ਫਾਦਰ ਡਾਈਡ ਆਫ ਪਲੇਗ, ਜਿਹੜੀ ਕਿ ਉਸਦੇ ਪਿਤਾ ਜੀ ਦੀ ਪਲੇਗ ਦੇ ਕਾਰਨ ਹੋਈ ਮੌਤ ਤੋਂ ਬਾਅਦ ਹੋਰ ਵੱਧ ਗਈ ਸੀ। ਫॉर then he would do the round of shaving, ਤਾਂ ਫਿਰ ਉਸ ਤੋਂ ਬਾਅਦ ਪਿੰਡ ਦੇ ਵਿੱਚ ਇੱਕ ਰਾਉਂਡ ਲਗਾਉਂਦਾ ਅਤੇ ਲੋਕਾਂ ਦੀ ਸ਼ੇਵਿੰਗ ਕਰਦਾ, ਐਂਡ ਹੇਅਰ ਕਟਿੰਗ ਐਟ ਦਾ ਹਾਊਸਿਸ, ਅਤੇ ਉਹਨਾਂ ਦੇ ਘਰਾਂ ਦੇ ਵਿੱਚ ਹੀ ਵਾਲ ਕੱਟਦਾ, ਆਫ ਦਾ ਹਾਈ ਕਾਸਟ ਨੋਟੇਬਲਸ, ਜਿਹੜੇ ਕਿ ਉੱਚੀ ਜਾਤ ਦੇ ਮੰਨੇ ਪ੍ਰਮੰਨੇ ਲੋਕ ਸਨ। ਇਨ ਦ ਮਾਰਨਿੰਗ, ਸਵੇਰ ਨੂੰ, bathe and dress, ਅਤੇ ਫਿਰ ਉਹ ਘਰ ਜਾ ਕੇ ਨਹਾਉਂਦਾ ਅਤੇ ਕੱਪੜੇ ਬਦਲਦਾ, and then steal a ride to town, ਅਤੇ ਫਿਰ ਉਹ ਸ਼ਹਿਰ ਜਾਣ ਲਈ ਕਿਸੇ ਕੋਲੋਂ ਲਿਫਟ ਲੈਂਦਾ। steal a ride means ਲਿਫਟ ਲੈਣੀ। 6 miles away, ਜੋ ਕਿ ਉਸਦੇ ਘਰ ਤੋਂ 6 ਮੀਲ ਦੀ ਦੂਰੀ ਤੇ ਸੀ, on the footrest of the closed carriage in which ਲਾਲਾ ਹੁਕਮ ਚੰਦ traveled to town, ਕਿ ਉਹ ਇੱਕ ਘੋੜਾ ਗਾੜੀ ਜੋ ਇੱਕ ਬੱਗੀ ਦੀ ਤਰ੍ਹਾਂ ਬੰਦ ਸੀ ਅਤੇ ਜੋ ਲਾਲਾ ਹੁਕਮ ਚੰਦ ਦੀ ਸੀ, ਉਸਦੇ ਫੁੱਟਰੈਸਟ ਤੇ ਖੜੇ ਹੋ ਕੇ ਉਹ ਲਾਲਾ ਹੁਕਮ ਚੰਦ ਦੇ ਨਾਲ ਹੀ ਸ਼ਹਿਰ ਜਾਂਦਾ। ਬਟ ਚੰਦੂ was kind to me, ਪਰ ਚੰਦੂ ਮੇਰੇ ਲਈ ਬੜਾ ਦਿਆਲੂ ਸੀ। he knew that I was seldom taken to town, ਉਸਨੂੰ ਪਤਾ ਸੀ ਕਿ ਮੈਂ ਮੁਸ਼ਕਲ ਦੇ ਨਾਲ ਹੀ
ਸ਼ਹਿਰ ਪਹੁੰਚਦਾ ਸੀ ਐਂਡ ਦੈਟ ਆਈ ਹੈਡ ਟੂ ਟਰੱਜ, ਅਤੇ ਉਸ ਲਈ ਮੈਨੂੰ ਸਫ਼ਰ ਤੈਅ ਕਰਨਾ ਪੈਂਦਾ ਸੀ, ਪੈਦਲ ਜਾਣਾ ਪੈਂਦਾ ਸੀ 3 weary miles, 3 ਥਕਾ ਦੇਣ ਵਾਲੇ ਮੀਲ ਦਾ ਸਫ਼ਰ ਟੂ ਅ ਸੈਕੰਡਰੀ ਸਕੂਲ, ਆਪਣੇ ਸੈਕੰਡਰੀ ਸਕੂਲ ਜਾਣ ਲਈ ਇਨ ਦਾ ਵਿਲੇਜ ਆਫ ਜੋਡਿਆਲਾ, ਜੋ ਕਿ ਜੋਡਿਆਲਾ ਪਿੰਡ ਵਿੱਚ ਸੀ, ਵਿਦ ਦਾ ਫੀਅਰ ਆਫ ਗॉड ਇਨ ਮਾਈ ਹਾਰਟ, ਪਰਮਾਤਮਾ ਦਾ ਡਰ ਆਪਣੇ ਦਿਲ ਵਿੱਚ ਰੱਖ ਕੇ। ਉਹ ਡਰ ਕਿਹਦੇ ਤੋਂ ਸੀ? while he had been completely absolved, ਜਦੋਂ ਕਿ ਚੰਦੂ ਪੂਰੀ ਤਰ੍ਹਾਂ ਮੁਕਤ ਹੋ ਗਿਆ ਸੀ, ਇਸ ਚੀਜ਼ ਤੋਂ ਫ੍ਰੀ ਹੋ ਗਿਆ ਸੀ from the ordeal ਹੁੰਦਾ ਹੈ ਤਣਾਵ ਭਰੇ ਕੰਮ ਤੋਂ, of being flogged ਹੁੰਦਾ ਹੈ ਮਾਰ ਪੈਣੀ, ਬੈਂਤ ਪੈਣੇ, ਸੋਟੀਆਂ ਪੈਣੀਆਂ, ਠੀਕ, by cruel masters, ਕਿ ਜਿਹੜੇ ਸਕੂਲ ਦੇ ਨਿਰਦਈ ਮਾਸਟਰਸ ਜਿਨ੍ਹਾਂ ਵੱਲੋਂ ਲੇਖਕ ਨੂੰ ਸੋਟੀਆਂ ਪੈਂਦੀਆਂ ਹੁੰਦੀਆਂ ਸੀ। ਸੋ ਉਹਨਾਂ ਸੋਟੀਆਂ ਦੇ ਡਰ ਤੋਂ ਉਹ ਪਰਮਾਤਮਾ ਦੇ ਡਰ ਨੂੰ ਆਪਣੇ ਦਿਲ ਵਿੱਚ ਰੱਖ ਕੇ ਜਾਂਦਾ ਕਿ ਹੇ ਰੱਬਾ ਮੈਨੂੰ ਬਚਾ ਲਈ ਅੱਜ। ਭਾਵ ਉਹਨਾਂ ਮਾਸਟਰ ਦੀਆਂ ਸੋਟੀਆਂ ਦੇ ਡਰ ਕਰਕੇ ਉਹ ਪਰਮਾਤਮਾ ਦਾ ਡਰ ਆਪਣੇ ਦਿਲ ਵਿੱਚ ਰੱਖਦਾ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਜਾਂਦਾ ਸੀ ਕਿ ਅੱਜ ਮੈਨੂੰ ਸੋਟੀਆਂ ਨਾ ਪੈਣ, ਰੱਬਾ ਅੱਜ ਬਚਾ ਲਈ। As he had left school after his father's death, ਤੇ ਚੰਦੂ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਚੁੱਕਿਆ ਸੀ ਕਿਉਂਕਿ ਉਸਨੇ ਆਪਣੇ ਪਿਤਾ ਜੀ ਦੀ ਮੌਤ ਤੋਂ ਬਾਅਦ ਸਕੂਲ ਛੱਡ ਦਿੱਤਾ ਸੀ। ਸੋ ਹੀ ਆਲਵੇਜ਼ brought me some gift or other from the town, ਇਸ ਕਰਕੇ ਉਹ ਹਮੇਸ਼ਾ ਸ਼ਹਿਰ ਤੋਂ ਮੇਰੇ ਲਈ ਕੋਈ ਨਾ ਕੋਈ ਗਿਫਟ ਜਾਂ ਕੋਈ ਹੋਰ ਚੀਜ਼ ਮੇਰੇ ਲਈ ਲੈ ਆਂਦਾ, ਜਿੱਦਾਂ ਅ ਪੇਂਟ ਬ੍ਰਸ਼, ਇੱਕ ਪੇਂਟ ਕਰਨ ਵਾਲਾ ਬ੍ਰਸ਼, ਔਰ ਗੋਲਡ ਇੰਕ, ਇੱਕ ਸੁਨਹਿਰੀ ਰੰਗ ਦੀ ਸਿਆਹੀ, ਔਰ ਵਾਈਟ ਚੌਕ, ਚਿੱਟੇ ਚੌਕ ਲੈਣ ਦਾ, ਔਰ ਡਬਲ ਐਜਡ ਪੈਨ ਨਾਈਫ, ਅਤੇ ਇੱਕ ਛੋਟਾ ਦੋ ਧਾਰੀ ਚਾਕੂ ਲੈਣ ਦਾ ਟੂ ਸ਼ਾਰਪਨ ਪੈਨਸਿਲਸ ਵਿਦ, ਜਿਹਦੇ ਨਾਲ ਕਿ ਪੈਨਸਿਲਸ ਕੜੀਆਂ ਜਾਂਦੀਆਂ। ਐਂਡ ਹੀ ਵੁਡ ਐਂਟਰਟੇਨ ਮੀ, ਅਤੇ ਉਹ ਮੇਰਾ ਮਨੋਰੰਜਨ ਵੀ ਕਰਦਾ ਵਿਦ ਲੌਂਗ ਮੈਰੀ ਡਿਸਕ੍ਰਿਪਸ਼ਨਸ ਆਫ ਦਾ ਵੈਰਾਈਟੀ ਆਫ ਥਿੰਗਸ ਹੀ saw in the bazaars of civilization, ਅਤੇ ਉਹ ਮੌਜੂਦਾ ਸੱਭਿਅਤਾ ਦੀਆਂ ਚੀਜ਼ਾਂ ਜੋ ਕਿ ਬਾਜ਼ਾਰ ਵਿੱਚ ਉਹ ਦੇਖ ਕੇ ਆਂਦਾ, ਉਹਨਾਂ ਦਾ ਬਹੁਤ ਹੀ ਤਵੀਲ ਭਾਵ ਲੰਬਾ ਵਿਵਰਣ ਮੈਨੂੰ ਦਿੰਦਾ ਤੇ ਉਹ ਬਹੁਤ ਖੁਸ਼ੀਆਂ ਭਰਿਆ ਹੁੰਦਾ ਸੀ। ਮੈਂ ਬਹੁਤ ਉਸਨੂੰ ਇੰਜੋਏ ਕਰਦਾ ਸੀ। ਹੀ ਵਾਜ਼ ਪਾਰਟਿਕੂਲਰਲੀ, ਉਹ ਖਾਸ ਤੌਰ ਤੇ ਡਿਟੇਲਡ, ਬਹੁਤ ਡਿਟੇਲ ਵਿੱਚ ਚਲਾ ਜਾਂਦਾ ਇਨ ਹਿਜ਼ ਡਿਸਕ੍ਰਿਪਸ਼ਨ, ਆਪਣੇ ਵਿਵਰਣ ਦੇਣ ਵਿੱਚ, ਆਫ ਦ ਵੰਡਰਫੁਲ ਇੰਗਲਿਸ਼ ਸਟਾਈਲਸ ਇਨ ਕਲੋਥਸ, ਕਿ ਕੱਪੜਿਆਂ ਦੇ ਅਦਭੁਤ ਇੰਗਲਿਸ਼ ਸਟਾਈਲ ਦਾ ਵਿਵਰਣ ਕਰਨ ਵੇਲੇ ਉਹ ਖਾਸ ਤੌਰ ਤੇ ਬਹੁਤ ਜ਼ਿਆਦਾ ਡਿਟੇਲ ਵਿੱਚ ਚਲਾ ਜਾਂਦਾ। ਵਿਚ ਹੀ saw the ਸਾਹਿਬਸ ਐਂਡ the lawyers, ਜਿਹੜੇ ਕਿ ਉਹ ਦੇਖਦਾ ਸੀ ਕਿ ਵੱਡੇ ਸਾਹਿਬ ਨੇ ਪਾਏ ਹੋਏ ਨੇ, ਵਕੀਲਾਂ ਨੇ ਪਾਏ ਹੋਏ ਨੇ, the ਚਪੜਾਸੀਸ ਪੀਅਨਸ ਨੇ ਪਾਏ ਹੋਏ ਨੇ, ਐਂਡ the policemen, ਅਤੇ ਪੁਲਿਸ ਵਾਲਿਆਂ ਨੇ ਪਾਏ ਹੋਏ ਨੇ, wearing at the district court, ਜ਼ਿਲ੍ਹਾ ਕਚਹਿਰੀ ਵਿੱਚ ਇਹ ਸਾਰੇ ਬੰਦੇ ਜੋ ਅਲੱਗ-ਅਲੱਗ ਯੂਨੀਫਾਰਮ ਪਾ ਕੇ ਫਿਰਦੇ, ਉਹਨਾਂ ਦਾ ਡਿਸਕ੍ਰਿਪਸ਼ਨ ਉਹ ਬੜੀ ਡਿਟੇਲ ਦੇ ਨਾਲ ਦਿੰਦਾ। where he had to wait for the journey home, ਫੇਟਣ ਹੁੰਦਾ 4 ਪਹੀਆ ਖੁੱਲੀ ਗੱਡੀ, ਜਿੱਥੇ ਉਹ ਲਾਲਾ ਹੁਕਮ ਚੰਦ ਦੀ 4 ਪਹੀਆ ਗੱਡੀ ਦੇ ਪਿੱਛੇ ਖੜੇ ਹੋ ਕੇ ਆਪਣੇ ਘਰ ਜਾਣ ਲਈ ਵੇਟ ਕਰਦਾ ਸੀ। ਉੱਥੇ ਉਹ ਸਾਰਿਆਂ ਨੂੰ ਦੇਖਦਾ ਸੀ ਕਿ ਕਿੰਨੇ ਕਿਹੜੀ ਯੂਨੀਫਾਰਮ ਪਾਈ ਹੋਈ ਹੈ। ਐਂਡ once or twice, ਅਤੇ 1 ਜਾਂ 2 ਵਾਰੀ, he expressed to me a secret wish, ਉਸਨੇ ਮੈਨੂੰ ਆਪਣੀ ਜੋ ਉਸਦੀ ਗੁਪਤ ਇੱਛਾ ਸੀ ਉਹ ਵੀ ਉਸਨੇ ਮੇਰੇ ਨਾਲ ਐਕਸਪ੍ਰੈਸ ਕੀਤੀ, ਮੈਨੂੰ ਦੱਸੀ। he had to steal some money, ਜਿਹਦੇ ਵਿੱਚ ਉਸਨੇ ਦੱਸਿਆ ਕਿ ਉਸ ਨੂੰ ਮਨੀ ਚੁਰਾਣੀ ਪਈ, ਯਾਨੀ ਉਸਨੇ ਮਨੀ ਚੁਰਾਈ from the picture, ਉਸ ਘੜੇ ਵਿੱਚੋਂ, ਉਸ ਗੁਲਕ ਵਿੱਚੋਂ, where his mother kept the emoluments of his professional skill, ਕਿ ਜਿਹਦੇ ਵਿੱਚ ਉਸਦੀ ਮਾਂ ਉਸਦਾ ਜੋ ਪ੍ਰੋਫੈਸ਼ਨ ਸੀ, ਉਸਦਾ ਜੋ ਵਿਵਸਾਏ ਸੀ, ਉਸਦਾ ਜੋ ਕੰਮ ਸੀ ਭਾਵ ਵਾਲ ਕੱਟਣ ਵਾਲਾ, ਉਸ ਚੋਂ ਜੋ ਆਮਦਨ ਹੁੰਦੀ ਸੀ ਉਹ ਆਮਦਨ ਉਹ ਆਪਣੀ ਮੰਮੀ ਨੂੰ ਦੇ ਦਿੰਦਾ ਸੀ ਤੇ ਉਹਦੇ ਮੰਮੀ ਉਹ ਵਾਲੀ ਆਮਦਨ ਇਮੋਲਿਊਮੈਂਟਸ ਉਸ ਗੁੱਲਕ ਵਿੱਚ ਰੱਖ ਦਿੰਦੇ ਸੀ। ਸੋ ਉਹਨੇ ਦੱਸਿਆ ਕਿ ਉਹਨੇ ਇੱਕ ਵਾਰ ਉਸ ਗੁੱਲਕ ਦੇ ਵਿੱਚੋਂ ਪੈਸੇ ਕੱਢ ਲਏ, ਚੁਰਾ ਲਏ। ਟੂ ਬਾਏ ਹਿਮਸੈਲਫ ਅ ਰਿਗ ਆਊਟ, ਆਪਣੇ ਆਪ ਨੂੰ ਇੱਕ ਡਰੈਸ ਖਰੀਦਣ ਲਈ, ਲਾਈਕ ਦੈਟ ਆਫ ਕਾਲਨ ਖਾਨ ਦਾ ਡੈਂਟਿਸਟ, ਕਿ ਜਿੱਦਾਂ ਦੀ ਉਹ ਦੰਦਾਂ ਦਾ ਡਾਕਟਰ ਜਿਹਦਾ ਨਾਂ ਕਾਲਨ ਖਾਨ ਸੀ ਉਹ ਪਹਿਨਦਾ ਸੀ, ਉਹੋ ਜੀ ਡਰੈਸ ਚੰਦੂ ਵੀ ਲੈਣਾ ਚਾਹੁੰਦਾ ਸੀ। ਇਸ ਕਰਕੇ ਉਸਨੇ ਉਹ ਪੈਸੇ ਚੁਰਾ ਲਏ ਤੇ ਉਹ ਡਰੈਸ ਖਰੀਦ ਲਈ। ਹੀ ਸੈਡ, ਕਿ ਉਹ ਡੈਂਟਿਸਟ ਜਿਹਦੇ ਬਾਰੇ ਚੰਦੂ ਕਹਿੰਦਾ ਹੈ ਪਰਫਾਰਮਡ ਮਿਰੈਕਲਸ ਇਨ ਦ ਟਾਊਨ, ਕਿ ਉਹ ਉਸ ਸ਼ਹਿਰ ਦੇ ਵਿੱਚ ਜਾਦੂ ਕਰਦਾ ਸੀ। ਕਿਹੜਾ ਜਾਦੂ ਕਰਦਾ ਸੀ? ਫਿਟਿੰਗ ਪੀਪਲ ਵਿਦ ਰੋਜ਼ ਆਫ ਟੀਥ, ਕਿ ਉਹ ਲੋਕਾਂ ਦੇ ਦੰਦਾਂ ਦੀਆਂ ਦੋਨੋਂ ਰੋਜ਼, ਦੋਨੋਂ ਕਤਾਰਾਂ ਲਗਾਉਂਦਾ ਸੀ, ਭਾਵ ਨਕਲੀ ਦੰਦ ਲਗਾਉਂਦਾ ਸੀ। ਐਂਡ ਈਵਨ ਨਿਊ ਆਈਜ਼, ਅਤੇ ਇਹੀ ਨਹੀਂ ਉਹ ਨਵੀਆਂ ਅੱਖਾਂ ਵੀ ਲਗਾਉਂਦਾ ਸੀ, ਭਾਵ ਉਹ ਲੈਂਸ ਵਗੈਰਾ ਵੀ ਅੱਖਾਂ ਨੂੰ ਲਗਾਉਂਦਾ ਸੀ। ਹੀ ਡਿਸਕ੍ਰਾਈਬਡ ਟੂ ਮੀ ਦ ਅਪੀਅਰੈਂਸ ਆਫ ਕਾਲਨ ਖਾਨ, ਚੰਦੂ ਨੇ ਮੈਨੂੰ ਇੱਕ ਵਾਰੀ ਕਾਲਨ ਖਾਨ ਦੀ ਦਿੱਖ, ਅਪੀਅਰੈਂਸ,
ਉਸ ਦਾ ਵੀ ਵਰਣਨ ਕੀਤਾ। A young man, ਉਹ ਦੱਸਦਾ ਸੀ ਕਿ ਕਾਲਨ ਖਾਨ ਇੱਕ ਨੌਜਵਾਨ ਆਦਮੀ ਹੈ with hair parted on one side, ਜਿਸ ਦੇ ਕਿ ਸਿਰ ਦੇ ਇੱਕ ਪਾਸੇ ਚੀਰ ਹੈ, ਭਾਵ ਉਹਦੇ ਵਾਲ ਉਸ ਚੀਰ ਕਰਕੇ ਪਾਰਟਡ ਹਨ, ਵੰਡੇ ਹੋਏ ਹਨ, and dressed in a starched shirt, ਅਤੇ ਜੋ ਕੜਕ ਅਕੜੀ ਹੋਈ ਭਾਵ ਪ੍ਰੈਸ ਕੀਤੀ ਹੋਈ ਸ਼ਰਟ ਪਹਿਨਦਾ ਹੈ with an ivory collar, ਜਿਸਦਾ ਕਿ ਚਿੱਟਾ ਕਾਲਰ ਹੈ ਐਂਡ ਬੋ ਟਾਈ, ਅਤੇ ਉਸ ਉੱਤੇ ਇੱਕ ਬੋ ਟਾਈ ਵੀ ਲੱਗੀ ਹੁੰਦੀ ਹੈ। ਅ ਬਲੈਕ ਕੋਟ, ਕਾਲਾ ਕੋਟ ਉੱਪਰ ਪਹਿਨਦਾ ਹੈ ਐਂਡ ਸਟ੍ਰਾਈਪਡ ਟਰਾਊਜ਼ਰਸ, ਅਤੇ ਧਾਰੀਆਂ ਵਾਲੀ ਪੈਂਟ ਉਹ ਪਹਿਨਦਾ ਹੈ ਐਂਡ ਵੰਡਰਫੁਲ ਰਬਰ ਓਵਰਕੋਟ ਐਂਡ ਪੰਪਸ, ਅਤੇ ਉਹ ਇੱਕ ਬਹੁਤ ਵਧੀਆ ਰਬੜ ਵਰਗੇ ਮਟੀਰੀਅਲ ਦਾ ਓਵਰਕੋਟ ਅਤੇ ਸ਼ੂਜ਼ ਪਹਿਨਦਾ ਹੈ। ਐਂਡ ਹੀ ਰੀਕਾਊਂਟਡ ਟੂ ਮੀ, ਅਤੇ ਉਹ ਮੈਨੂੰ ਯਾਦ ਕਰਕੇ ਦੱਸਦਾ ਹੈ ਦ ਸਕਿੱਲ ਵਿਦ ਵਿਚ ਦਿਸ ਮਜੀਸ਼ੀਅਨ unpacked an ਅੰਗਰੇਜ਼ੀ ਲੈਦਰ, ਕਿ ਕਿਸ ਤਰ੍ਹਾਂ ਉਹ ਮਜੀਸ਼ੀਅਨ ਭਾਵ ਉਹ ਜਾਦੂਗਰ ਡਾਕਟਰ ਕਾਲਨ ਖਾਂ, ਕਿ ਕਿਸ ਤਰ੍ਹਾਂ ਉਹ ਆਪਣਾ ਅੰਗਰੇਜ਼ੀ ਸਟਾਈਲ ਵਾਲਾ ਲੈਦਰ ਬੈਗ ਜਿਸ ਵਿੱਚ ਉਸਦੇ ਇੰਸਟਰੂਮੈਂਟ ਹੁੰਦੇ ਹਨ ਉਹ ਅਨਪੈਕ ਕਰਦਾ ਹੈ, ਉਸਨੂੰ ਖੋਲਦਾ ਹੈ ਐਂਡ ਫਲੋਰਿਸਟ ਹਿਜ਼ ਸ਼ਾਈਨਿੰਗ ਸਟੀਲ ਇੰਸਟਰੂਮੈਂਟਸ, ਤੇ ਕਿਸ ਤਰ੍ਹਾਂ ਉਸ ਬੈਗ ਦੇ ਵਿੱਚੋਂ ਆਪਣੇ ਚਮਕਦੇ ਹੋਏ ਸਟੀਲ ਦੇ ਇੰਸਟਰੂਮੈਂਟਸ ਲਹਿਰਾਂਦਾ ਹੈ, ਕੱਢਦਾ ਹੈ, ਬੜੇ ਸ਼ਾਨ ਦੇ ਨਾਲ ਉਸਨੂੰ ਬਾਹਰ ਸਾਰਿਆਂ ਦੇ ਸਾਹਮਣੇ ਲੈ ਕੇ ਆਂਦਾ ਹੈ। Then he asked my advice on the question, ਫਿਰ ਉਹ ਕਿਸੇ ਪ੍ਰਸ਼ਨ ਉੱਤੇ ਮੇਰੀ ਸਲਾਹ ਮੰਗਦਾ ਹੈ of whether as a barber educated to 5th primary class, ਕਿ ਚਾਹੇ ਉਹ ਇੱਕ ਨਾਈ ਹੈ ਤੇ ਸਿਰਫ ਪ੍ਰਾਇਮਰੀ ਕਲਾਸ 5ਵੀਂ ਤੱਕ ਹੀ ਉਹ ਪੜ੍ਹਿਆ ਹੋਇਆ ਹੈ, he would not look more dignified, ਕਿ ਉਹ ਪ੍ਰਤਿਸ਼ਠਿਤ ਨਹੀਂ ਲੱਗਦਾ, ਕਿ ਉਹ ਜ਼ਰਾ ਸਨਮਾਨਿਤ ਵਿਅਕਤੀ ਨਹੀਂ ਲੱਗੇਗਾ if he too, ਜੇ ਉਹ ਵੀ wore a dress in the style of Dr. ਕਾਲਨ ਖਾਨ, ਕਿ ਜੇ ਉਹ ਵੀ ਡਾਕਟਰ ਕਾਲਨ ਖਾਨ ਦੇ ਸਟਾਈਲ ਦੀ ਡਰੈਸ ਪਹਿਨ ਲਵੇ। for though I am not a highly educated doctor, ਇਹ ਗੱਲ ਠੀਕ ਹੈ ਕਿ ਭਾਵੇਂ ਮੈਂ ਉਸ ਵਰਗਾ ਹਾਈਲੀ ਐਡੂਕੇਟਡ ਡਾਕਟਰ ਨਹੀਂ ਹਾਂ, he said, ਉਸਨੇ ਕਿਹਾ I learned how to treat pimples, ਪਰ ਕਹਿੰਦਾ ਮੈਂ ਜਾਣਦਾ ਹਾਂ ਕਿ ਪਿੰਪਲਸ ਦਾ ਇਲਾਜ ਕਿੱਦਾਂ ਕਰਨਾ ਹੈ। boils, ਜੇ ਲੋਕਾਂ ਦੇ ਕੋਈ ਫੋੜੇ ਫਿੰਸੀਆਂ ਹੋ ਜਾਣ ਉਸ ਦਾ ਮੈਨੂੰ ਇਲਾਜ ਆਉਂਦਾ ਹੈ and cuts, ਜੇ ਉਹਨਾਂ ਦੇ ਕੋਈ ਜ਼ਖਮ ਹੋ ਜਾਣ on people's body, ਲੋਕਾਂ ਦੇ ਸਰੀਰ ਉੱਤੇ, ਇਹ ਸਾਰਾ ਕੁਝ ਮੈਂ ਇਲਾਜ ਕਰਨਾ ਸਿੱਖਿਆ ਹੋਇਆ ਹੈ from my father, ਆਪਣੇ ਪਿਤਾ ਜੀ ਕੋਲ, who learned from his father before him, ਤੇ ਜਿਨ੍ਹਾਂ ਨੇ ਉਸ ਤੋਂ ਪਹਿਲਾਂ ਆਪਣੇ ਪਿਤਾ ਜੀ ਕੋਲ ਸਿੱਖਿਆ ਸੀ। I agreed with his project, ਤਾਂ ਮੈਂ ਉਸਦੇ ਇਸ ਪ੍ਰੋਜੈਕਟ ਦੇ ਨਾਲ ਅਗਰੀਡ ਹੋ ਜਾਂਦਾ। ਉਹ ਪ੍ਰੋਜੈਕਟ ਕੀ ਸੀ ਕਿ ਡਾਕਟਰ ਕਾਲਨ ਖਾਨ ਵਰਗੀ ਡਰੈਸ ਪਹਿਨਣੀ ਤੇ ਉਹਨਾਂ ਵਰਗੇ ਲੱਗਣਾ ਐਂਡ ਇਨਕਰੇਜਡ ਹਿਮ, ਅਤੇ ਮੈਂ ਉਸਦਾ ਹੌਸਲਾ ਵਧਾਉਂਦਾ ਵਿਦ ਦਾ ਐਂਥੂਜ਼ੀਆਜ਼ਮ, ਪੂਰੇ ਉਤਸ਼ਾਹ ਦੇ ਨਾਲ। ਆਈ ਫੈਲਟ, ਮੈਂ ਸੋਚਦਾ ਫॉर ਐਵਰੀਥਿੰਗ, ਉਹਦੀ ਹਰ ਚੀਜ਼ ਲਈ ਦੈਟ ਮਾਈ ਹੀਰੋ ਥੋਟ ਔਰ ਡਿਡ, ਕਿ ਜੋ ਵੀ ਮੇਰਾ ਉਹ ਹੀਰੋ ਸੋਚਦਾ ਸੀ ਜਾਂ ਕਰਦਾ ਸੀ, ਮੈਂ ਉਸਦੀ ਹਰ ਸੋਚ ਅਤੇ ਹਰ ਕੰਮ ਬਾਰੇ ਉਸਦਾ ਹੌਸਲਾ ਵਧਾਉਂਦਾ ਪੂਰੇ ਉਤਸ਼ਾਹ ਦੇ ਨਾਲ। ਵਨ ਡੇ I was thrilled to find ਚੰਦੂ at the door of my house in the morning, ਇੱਕ ਦਿਨ ਮੈਂ ਬੜਾ ਉਤਸ਼ਾਹਿਤ ਹੋ ਗਿਆ, ਮੈਂ ਬਹੁਤ ਜੋਸ਼ ਵਿੱਚ ਆ ਗਿਆ ਚੰਦੂ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਇੱਕ ਸਵੇਰ ਨੂੰ ਦੇਖ ਕੇ। He was dressed up in a white turban, ਉਹ ਚਿੱਟੀ ਪਗੜੀ ਪਾਏ ਹੋਏ ਸੀ, a white rubber coat, ਤੇ ਇੱਕ white rubber ਦਾ ਕੋਟ ਵੀ ਸੀ, a little too big for him, ਉਹ ਥੋੜਾ ਜਿਹਾ ਉਸ ਲਈ ਵੱਡਾ ਸੀ but nevertheless very splendid, ਪਰ ਚਾਹੇ ਕੁਝ ਵੀ ਹੋਵੇ ਉਹ ਬਹੁਤ ਸ਼ਾਨਦਾਰ ਸੀ। A pair of pumps, ਜੁੱਤੀਆਂ ਦਾ ਜੋੜਾ ਵੀ ਸੀ in which I could see my face reflected in clear silhouette, ਕਿ ਉਸਦੇ ਸ਼ੂਜ਼ ਇੰਨੇ ਚਮਕਦਾਰ ਸੀ ਜਿਹਦੇ ਵਿੱਚ ਮੈਂ ਆਪਣੇ ਚਿਹਰੇ ਨੂੰ ਬਹੁਤ ਹੀ ਸਾਫ਼-ਸਾਫ਼ ਆਕਾਰ ਵਿੱਚ, ਸਿਲੂਏਟ ਆਕਾਰ ਵਿੱਚ ਦੇਖ ਸਕਦਾ ਸੀ। ਐਂਡ ਹੀ ਹੈਡ ਅ ਲੈਦਰ ਬੈਗ ਇਨ ਹਿਜ਼ ਹੈਂਡ, ਅਤੇ ਉਸ ਦੇ ਹੱਥ ਵਿੱਚ ਇੱਕ ਲੈਦਰ ਬੈਗ, ਚਮੜੇ ਦਾ ਬੈਗ ਵੀ ਫੜਿਆ ਹੋਇਆ ਸੀ। ਹੀ ਵਾਸ ਸੈਟਿੰਗ ਆਫ ਔਨ ਹਿਜ਼ ਰਾਉਂਡ, ਉਹ ਆਪਣੇ ਕੰਮ ਲਈ ਚੱਕਰ ਲਗਾਉਣ ਲਈ ਨਿਕਲਿਆ ਸੀ। ਐਂਡ ਹੈਡ ਕਮ ਟੂ ਸ਼ੋ ਮੀ ਹਾਊ ਗ੍ਰੈਂਡ ਹੀ ਲੁਕਡ ਇਨ ਹਿਜ਼ ਨਿਊ ਰਿਗ ਆਊਟ, ਅਤੇ ਉਹ ਉਸ ਦੌਰਾਨ ਮੇਰੇ ਕੋਲ ਆਇਆ ਸੀ ਇਹ ਦਿਖਾਉਣ ਲਈ ਕਿ ਉਹ ਕਿੰਨਾ ਸ਼ਾਨਦਾਰ ਲੱਗ ਰਿਹਾ ਹੈ ਆਪਣੀ ਨਵੀਂ ਡਰੈਸ ਵਿੱਚ। ਕਿ ਜਿੱਦਾਂ ਕਿ ਪਹਿਲਾਂ ਦੱਸਿਆ ਗਿਆ ਕਿ ਡਾਕਟਰ ਕਾਲਨ ਖਾਨ ਵਰਗੇ ਕੱਪੜੇ ਪਹਿਨਣ ਦੀ ਉਸਦੀ ਕਾਫੀ ਇੱਛਾ ਸੀ ਤੇ ਉਸ ਲਈ ਉਸਨੇ ਪੈਸੇ ਵੀ ਚੁਰਾ ਲਏ ਸਨ, ਤੇ ਉਹਨਾਂ ਪੈਸਿਆਂ ਦੇ ਨਾਲ ਹੀ ਉਸਨੇ ਉਹ ਡਰੈਸ ਖਰੀਦੀ, ਕਿਉਂਕਿ ਉਹ ਪਹਿਲਾਂ ਤਾਂ ਫਟੇ ਪੁਰਾਣੇ ਕੱਪੜੇ ਜਾਂ ਕਿਸੇ ਦੇ ਮੰਗੇ ਹੋਏ ਕੱਪੜੇ ਪਹਿਨਦਾ ਸੀ। ਸੋ ਉਹਨੇ ਉਹ ਪੈਸਿਆਂ ਦੇ ਨਾਲ ਡਰੈਸ ਖਰੀਦੀ ਅਤੇ ਉਹ ਡਰੈਸ ਮੈਨੂੰ ਦਿਖਾਉਣ ਲਈ ਆ ਗਿਆ।
Marvelous, I said. Marvelous. शानदार, मैं कहा शानदार. And he rushed off towards the house of the landlord. ਤੇ ਮੇਰੇ ਕੋਲ ਆਪਣੀ ਤਾਰੀਫ ਸੁਣਦਿਆਂ ਹੀ ਉਹ ਜ਼ਿਮੀਂਦਾਰ ਦੇ ਘਰ ਵੱਲ ਭੱਜਿਆ ਗਿਆ, whom he shaved every morning, ਜਿਸ ਦੀ ਕਿ ਉਹ ਸ਼ੇਵ ਹਰ ਮਾਰਨਿੰਗ ਕਰਦਾ ਸੀ, myself following admiringly behind. ਤੇ ਮੈਂ ਵੀ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਉਸ ਦੇ ਪਿੱਛੇ ਪਿੱਛੇ ਚੱਲ ਪਿਆ. There were not many people in the street at this time. ਇਸ ਵਕਤ ਗਲੀ ਵਿੱਚ ਕਾਫੀ ਜ਼ਿਆਦਾ ਲੋਕ ਨਹੀਂ ਸਨ. So I alone witnessed the glory of ਚੰਦੂ. ਸੋ ਇਸ ਕਰਕੇ ਮੈਂ ਇਕੱਲਾ ਹੀ ਸੀ ਜੋ ਕਿ ਉਸ ਵੇਲੇ ਚੰਦੂ ਦੀ ਸ਼ਾਨੋ ਸ਼ੌਕਤ, ਚੰਦੂ ਦੀ ਮਹਿਮਾ ਵਡਿਆਈ ਦੀ ਹਾਮੀ ਭਰ ਰਿਹਾ ਸੀ, ਭਾਵ ਗਵਾਹੀ ਭਰ ਰਿਹਾ ਸੀ. Dressed up as a doctor, ਜੋ ਕਿ ਡਾਕਟਰ ਦੀ ਡਰੈਸ ਦੇ ਵਿੱਚ ਸੀ, except of course ਇਸ ਤੋਂ ਬਿਨਾ ਯਕੀਨਨ that he himself seemed rather self-conscious as he stuttered up the street. ਕਿ ਇਹ ਸੱਚ ਹੈ ਕਿ ਉਹ ਖੁਦ ਵੀ ਥੋੜਾ self-conscious ਸੀ, ਭਾਵ ਨਰਵਸ ਸੀ, as he stuttered up the street, ਕਿ ਜਿੱਦਾਂ ਉਹ ਸਟਰੀਟ ਦੇ ਵਿੱਚ ਬੜੀ ਮੁਸ਼ਕਲ ਦੇ ਨਾਲ ਚੱਲਿਆ, carefully avoiding the taint of cow dung cakes. ਉਹ ਬੜੇ ਧਿਆਨ ਦੇ ਨਾਲ ਪਸ਼ੂਆਂ ਦੇ ਗੋਹੇ ਦੇ ਦਾਗ ਤੋਂ ਆਪਣਾ ਬਚਾਅ ਕਰਦਾ ਹੋਇਆ, which flowed through drains, ਜੋ ਕਿ ਨਾਲੀਆਂ ਦੇ ਵਿੱਚੋਂ ਬਹਿ ਰਿਹਾ ਸੀ. But as we entered the home of the landlord, ਜਿੱਦਾਂ ਹੀ ਅਸੀਂ ਉਸ ਜ਼ਿਮੀਂਦਾਰ ਦੇ ਘਰ ਦਾਖਲ ਹੋਏ, we met ਦੇਵੀ, ਅਸੀਂ ਦੇਵੀ ਨੂੰ ਮਿਲੇ. The landlord's little son, ਜੋ ਕਿ ਉਸ ਜ਼ਿਮੀਂਦਾਰ ਦਾ ਛੋਟਾ ਬੇਟਾ ਸੀ, who clapped his hands with joy, ਜਿਸ ਨੇ ਖੁਸ਼ੀ ਦੇ ਨਾਲ ਆਪਣੇ ਹੱਥਾਂ ਨਾਲ ਤਾੜੀ ਮਾਰੀ, and shouted to announce, ਅਤੇ ਘੋਸ਼ਣਾ ਕਰਨ ਲਈ, ਸਾਰਿਆਂ ਨੂੰ ਦੱਸਣ ਲਈ ਉਹ ਚੀਕਿਆ, the coming of ਚੰਦੂ, ਚੰਦੂ ਦੇ ਆਉਣ ਬਾਰੇ ਦੱਸ ਕੇ. The barber, ਇੱਕ ਨਾਈ, in a beautiful heroic dress like that of the ਪਾਦਰੀ ਸਾਹਿਬ of the mission school, ਕਿ ਚੰਦੂ ਨਾਈ ਜੋ ਕਿ ਉਸ ਦਿਨ ਇੱਕ ਬਹੁਤ ਹੀ ਸੋਹਣੀ ਨਾਇਕਾਂ ਵਰਗੀ ਡਰੈਸ ਦੇ ਵਿੱਚ ਸੀ, ਤੇ ਉਸ ਦਿਨ ਉਹ ਕਿਸੇ ਮਿਸ਼ਨ ਸਕੂਲ ਦਾ ਪਾਦਰੀ ਸਾਹਿਬ ਲੱਗ ਰਿਹਾ ਸੀ.